ਇੱਥੋਂ ਚੱਲਦੇ ਹੋਏ ਬਾਬਾ ਜੀ ਊਨਾ ਸਾਹਿਬ ਦੇ ਨੇੜੇ ਜੰਗਲ ਵਿੱਚ ਇੱਕ ਦਰਖਤ ਦੇ ਹੇਠਾਂ ਜਾ ਬਿਰਾਜੇ। ਕਈ ਦਿਨ ਇੱਥੇ ਬੈਠਿਆਂ ਬੀਤ ਗਏ। ਇੱਕ ਦਿਨ ਇਸ ਪਾਸੇ ਬੇਦੀ ਸਾਹਿਬਜ਼ਾਦੇ ਦੇ ਸ਼ੇਰ ਦਾ ਸ਼ਿਕਾਰ ਕਰਦੇ ਹੋਏ ਆ ਗਏ। ਬਾਬਾ ਜੀ ਨੂੰ ਬੈਠੇ ਦੇਖਿਆ ਤੇ ਆਪਣੀ ਦਿਵ ਦ੍ਰਿਸ਼ਟੀ ਨਾਲ ਤੱਕਿਆ ਤਾਂ ਨਜ਼ਰ ਆਇਆ ਕਿ ਕੋਈ ਵੱਡੀ ਕਮਾਈ ਵਾਲਾ ਮਹਾਂਪੁਰਸ਼ ਹੈ। ਨੇੜੇ ਆ ਕੇ ਨਮਸਕਾਰ ਕਰਕੇ ਪੁੱਛਣ ਲੱਗਿਆ, ਮਹਾਤਮਾ ਜਨ ਕਿੱਥੋਂ ਆਏ ਹਨ? ਬਾਬਾ ਜੀ ਨੇ ਨੇਤਰ ਖੋਲ੍ਹੇ ਤੇ ਦੱਸਿਆ, ਦੁਆਬੇ ਵੱਲੋਂ। ਬੇਦੀ ਸਾਹਿਬਜ਼ਾਦੇ ਨੇ ਪੁੱਛਿਆ, ਕੋਈ ਜਲ ਪਾਣੀ ਵੀ ਛਕਿਆ ਹੈ ਜਾਂ ਨਹੀਂ? ਤਾਂ ਬਾਬਾ ਜੀ ਨੇ ਆਖਿਆ, ਨਾ ਛਕਿਆ ਹੈ ਨਾ ਅਜੇ ਕੋਈ ਇੱਛਾ ਹੈ। ਬੇਦੀ ਸਾਹਿਬਜ਼ਾਦੇ ਨੇ ਬੇਨਤੀ ਕੀਤੀ, ਜੇ ਹੁਕਮ ਦਿਓ ਤਾਂ ਜਲ ਪਾਣੀ ਇੱਥੇ ਹੀ ਪਹੁੰਚਾ ਦਈਏ। ਬਾਬਾ ਜੀ ਨੇ ਆਖਿਆ, ਨਾ ਮਹਾਰਾਜ, ਤੁਹਾਨੂੰ ਇੰਨੀ ਖੇਚਲ ਨਹੀਂ ਦੇਣੀ। ਤੁਸੀਂ ਗੁਰੂ ਨਾਨਕ ਦੀ ਅੰਸ਼ ਹੋ। ਅਸੀਂ ਆਪ ਹੀ ਜਦੋਂ ਮੌਕਾ ਬਣਿਆ ਤਾਂ ਦਰਸ਼ਨ ਕਰਾਂਗੇ। ਇਹ ਬਚਨ ਸੁਣ ਕੇ ਬੇਦੀ ਸਾਹਿਬਜ਼ਾਦੇ ਚਲੇ ਗਏ। ਕਈ ਦਿਨਾਂ ਦੇ ਬਾਅਦ ਸਹਿਜ ਸੁਭਾ ਊਨਾ ਸਾਹਿਬ ਪਹੁੰਚ ਗਏ। ਬਾਹਰ ਨਿਵੇਕਲੀ ਜਗ੍ਹਾ 'ਤੇ ਬੈਠ ਗਏ। ਕੁਝ ਚਿਰ ਬਾਅਦ ਇੱਕ ਪ੍ਰੇਮੀ ਉੱਥੋਂ ਲੰਘਿਆ। ਸਮਾਧੀ ਵਿੱਚ ਬੈਠੇ ਦੇਖ ਕੇ ਉਸਨੇ ਨਾ ਬੁਲਾਇਆ। ਜਾ ਕੇ ਲਾਂਗਰੀ ਨੂੰ ਕਹਿਣ ਲੱਗਾ, ਬਾਹਰ ਇੱਕ ਮਹਾਤਮਾ ਬੈਠੇ ਹਨ, ਇਸ ਲਈ ਮੈਨੂੰ ਕੁਝ ਪ੍ਰਸ਼ਾਦੇ ਦੇ, ਮੈਂ ਉੱਥੇ ਹੀ ਦੇ ਆਵਾਂ। ਬੇਦੀ ਸਾਹਿਬਜ਼ਾਦੇ ਕੋਲ ਹੀ ਖਲੋਤੇ ਸਨ। ਪੁੱਛਣ ਲੱਗੇ, ਕਿੱਥੇ ਕੁ ਹਨ? ਦੱਸਿਆ, ਜੇ ਬਾਹਰ ਬੈਠੇ ਹਨ, ਚਾਦਰ ਦੀ ਬੁੱਕਲ ਮਾਰੀ ਹੈ, ਮੁੱਖ ਉੱਪਰ ਕੱਪੜਾ ਹੈ। ਬੇਦੀ ਸਾਹਿਬਜ਼ਾਦੇ ਸਮਝ ਗਏ ਤੇ ਝੱਟ ਕਹਿਣ ਲੱਗੇ, ਉਹਨਾਂ ਕੋਲ ਤੁਸੀਂ ਆਪ ਜਾਓ। ਪ੍ਰਸ਼ਾਦਾ ਵਗੈਰਾ ਸਭ ਕੁਝ ਲੈ ਕੇ ਉੱਥੇ ਪਹੁੰਚ ਗਏ। ਬਾਬਾ ਜੀ ਨੇ ਦੇਖਿਆ ਕਿ ਬੇਦੀ ਸਾਹਿਬ ਆਪ ਆ ਰਹੇ ਹਨ। ਬਾਬਾ ਜੀ ਨੇ ਸਤਿਕਾਰ ਕੀਤਾ ਤੇ ਆਖਿਆ, ਮਹਾਰਾਜ, ਤੁਹਾਨੂੰ ਖੇਚਲ ਕਰਨ ਦੀ ਕੀ ਲੋੜ ਸੀ? ਬੇਦੀ ਸਾਹਿਬ ਜੀ ਨੇ ਆਖਿਆ, ਕਮਾਈ ਵੱਡੀ ਹੈ, ਜਨਮਜਾਤ ਵੱਡੀ ਨਹੀਂ ਹੈ। ਜੀ ਆਇਆਂ ਨੂੰ, ਛਕੋ ਪ੍ਰਸ਼ਾਦਾ। ਬਾਬਾ ਜੀ ਨੇ 7 ਬਚਨ ਕਰਕੇ ਲੋੜ ਅਨੁਸਾਰ ਪ੍ਰਸ਼ਾਦਾ ਛਕ ਲਿਆ। ਉਪਰੰਤ ਹੱਥ ਸੁੱਚੇ ਕਰਨ ਤੋਂ ਬਾਅਦ ਬਾਬਾ ਜੀ ਨੇ ਕਿਹਾ ਕਿ ਸਾਨੂੰ ਆਗਿਆ ਦਿਓ, ਤੁਹਾਡਾ ਬਚਨ ਮੰਨ ਕੇ ਆਏ ਹਾਂ। ਹੁਣ ਉਹ ਬਚਨ ਪੂਰਾ ਹੋ ਗਿਆ ਹੈ ਜੋ ਤੁਸੀਂ ਕੀਤਾ ਸੀ ਕਿ ਊਨਾ ਸਾਹਿਬ ਆਉਣਾ। ਬੇਦੀ ਸਾਹਿਬਜ਼ਾਦੇ ਕਹਿਣ ਲੱਗੇ, ਜੇ ਤੁਸੀਂ ਹੁਕਮ ਦਿਓ ਤਾਂ ਆਹ ਸਾਰੀ ਜ਼ਮੀਨ ਦੂਰ ਤੱਕ ਜੰਗਲ ਵਾਲੀ ਆਪਣੀ ਹੀ ਹੈ। ਜਿੱਥੇ ਕਹੋ ਕੁਟੀਆ ਬਣਾ ਦਿੰਦੇ ਹਾਂ, ਕੋਲ ਸੇਵਾਦਾਰ ਵੀ ਦੇ ਦਿਆਂਗੇ। ਲੋੜ ਅਨੁਸਾਰ ਸਭ ਸੇਵਾ ਹੋ ਜਾਏਗੀ। ਪਰ ਬਾਬਾ ਜੀ ਨੇ ਆਖਿਆ, ਬੇਦੀ ਸਾਹਿਬ, ਸਾਨੂੰ ਕੋਈ ਇਕਾਂਤ ਥਾਂ ਦੱਸੋ ਜਿੱਥੇ ਨੇੜੇ ਤੇੜੇ ਕੋਈ ਆਬਾਦੀ ਨਾ ਹੋਵੇ, ਸਿਰਫ ਇੱਕ ਪਾਣੀ ਹੀ ਹੋਵੇ। ਤਾਂ ਬੇਦੀ ਸਾਹਿਬ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਇਕਾਂਤ ਥਾਂ ਤੁਸੀਂ ਲੱਭਦੇ ਹੋ, ਉਹ ਹੈ ਤਾਂ ਸਹੀ ਪਰ ਹੈ ਬੜੀ ਦੂਰ। ਬਾਬਾ ਜੀ ਨੇ ਆਖਿਆ, ਉਹੀ ਚਾਹੀਦੀ ਹੈ। ਬੇਦੀ ਸਾਹਿਬ ਨੇ ਸਭ ਨਿਸ਼ਾਨੀਆਂ ਦੱਸ ਦਿੱਤੀਆਂ। ਬਾਬਾ ਜੀ ਹੌਲੀ ਹੌਲੀ 5 ਦਿਨਾਂ ਵਿੱਚ ਉੱਥੇ ਪਹੁੰਚ ਗਏ। 4 ਚਫੇਰੇ ਪਹਾੜ ਦੇ ਵਿੱਚ ਸੰਘਣੇ ਬ੍ਰਿਸ਼ ਹੇਠ ਨਦੀ ਦਾ ਨਿਰਮਲ ਜਲ ਵਗ ਰਿਹਾ ਸੀ। ਮੌਸਮ ਬਹੁਤ ਸੋਹਣਾ ਸੀ। ਹਿਰਦੇ ਤੋਂ ਇਉਂ ਹੀ ਤਰੰਗਾਂ ਉੱਠਦੀਆਂ ਸਨ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 469। ਇਸ ਥਾਂ 'ਤੇ ਬਾਬਾ ਜੀ ਦੇ ਦੱਸਣ ਅਨੁਸਾਰ 5 ਸਾਲ ਰਹੇ। ਜੰਗਲ ਵਿੱਚੋਂ ਫੁੱਲ ਫਲ ਪੱਤੇ ਛਕ ਲੈਣੇ। ਪਹਿਲੇ ਮਹੀਨੇ ਤੀਸਰੇ ਦਿਨ 1 ਫਲ, ਦੂਸਰੇ ਮਹੀਨੇ 7 ਦਿਨਾਂ ਬਾਅਦ 1 ਫਲ, ਤੀਜੇ ਮਹੀਨੇ 15 ਦਿਨਾਂ ਬਾਅਦ 1 ਫਲ, ਚੌਥੇ ਮਹੀਨੇ ਚੌਂਕੜਾ ਮਾਰ ਕੇ ਬੈਠ ਗਏ। 1 ਸਾਲ ਬਾਅਦ ਸਮਾਧੀ ਖੋਲ੍ਹੀ ਤਾਂ 2 ਫਲ ਪਏ ਨਜ਼ਰ ਆਏ। ਵੇਖ ਕੇ ਮਨ ਵਿੱਚ ਫੁਰਨਾ ਆਇਆ ਕਿ ਇਹ ਫਲ ਕੌਣ ਰੱਖ ਗਿਆ? ਇੱਕ ਆਵਾਜ਼ ਆਈ ਕਿ ਇਹ ਤੁਹਾਡੇ ਨਿਮਿੱਤ ਹੈ, ਛਕ ਲਓ। ਸੁਣ ਕੇ ਫਲ ਛਕ ਲਿਆ। ਫਿਰ ਸਮਾਧੀ ਵਿੱਚ ਲੀਨ ਹੋ ਗਏ ਤੇ 2 ਸਾਲ ਬਾਅਦ ਸਮਾਧੀ ਖੋਲ੍ਹੀ। ਬਾਬਾ ਜੀ ਨੇ ਦੱਸਿਆ ਕਿ ਇਸ ਵਾਰ ਅਸੀਂ 5 ਸਾਲ ਦੀਆਂ 3 ਚੌਂਕੜੀਆਂ ਲਾਈਆਂ। ਪਹਿਲੀ 1 ਸਾਲ ਦੀ, ਦੂਜੀਆਂ 2-2 ਸਾਲ ਦੀਆਂ। 5 ਸਾਲ ਬਾਅਦ ਹੁਣ ਆਸਣ ਚੁੱਕ ਕੇ ਚਲਦੇ ਚਲਦੇ ਹਰਿਦੁਆਰ, ਰਿਸ਼ੀਕੇਸ਼ ਹੁੰਦੇ ਹੋਏ ਬਦਰੀਨਾਥ ਚਲੇ ਗਏ। ਫਿਰ ਉਸ ਤੋਂ ਅੱਗੇ ਕਿਸੇ ਥਾਂ ਜੰਗਲ ਵਿੱਚ ਤਪੱਸਿਆ ਕਰਦੇ ਰਹੇ। ਫਿਰ ਸ਼੍ਰੀ ਹੇਮਕੁੰਟ ਸਾਹਿਬ ਦੇ ਨੇੜੇ ਤੇੜੇ ਵਿਚਰਦੇ ਰਹੇ। ਉੱਥੇ ਕਈ ਰਿਸ਼ੀਆਂ ਨਾਲ ਮਿਲਾਪ ਹੋਇਆ ਜਿਹੜੇ ਕਿ ਪੁਰਾਤਨ ਸਮੇਂ ਤੋਂ ਆਪਣੀ ਇੱਛਾ ਅਨੁਸਾਰ ਸਰੀਰ ਰੱਖਦੇ ਸਨ। ਜੋਗੀ ਜਨ ਵੀ ਇੱਥੇ ਮਿਲੇ। ਕੁਝ ਐਸੇ ਸਿੱਖਾਂ ਦੇ ਵੀ ਦਰਸ਼ਨ ਹੋਏ ਜਿਹੜੇ ਦਸਮ ਪਿਤਾ ਦੇ ਸਮੇਂ ਤੋਂ ਗੁਰੂ ਕੇ ਹੁਕਮ ਅਨੁਸਾਰ ਸਰੀਰ ਰੱਖ ਕੇ ਜੰਗਲ ਵਿੱਚ ਵਿਚਰਦੇ ਸਨ। ਇਹ ਸਿੱਖ ਵਿਦੇਹ ਮੁਕਤ ਵਾਲੇ ਹੁੰਦੇ ਹਨ। ਜਿਸ ਵੇਲੇ ਸੰਸਾਰ ਵਿੱਚ ਗੁਰੂ ਜੀਵਨ ਵਾਲੇ ਘਟਦੇ ਦਿਸਣ ਤਾਂ ਗੁਰੂ ਦੇ ਹੁਕਮ ਅਨੁਸਾਰ ਇਹ ਸਰੀਰ ਧਾਰ ਕੇ ਸੰਸਾਰ ਵਿੱਚ ਫਿਰ ਤੋਂ ਗੁਰਸਿੱਖੀ ਜੀਵਨ ਦੀ ਦਾਤ ਬਖਸ਼ ਕੇ ਆਪਣਾ ਸਮਾਂ ਪੂਰਾ ਕਰਕੇ ਦਰਗਾਹ ਨੂੰ ਚਲੇ ਜਾਂਦੇ ਹਨ। ਇਹਨਾਂ ਨੂੰ ਇਹ ਹੁਕਮ ਹੈ।
ਇਸ ਦੇ ਨਾਲ ਇੱਕ ਭਵਿੱਖਤ ਬਚਨ ਕੀਤਾ ਕਿ ਜਦੋਂ ਧਰਮੀ ਪੁਰਖ ਰਾਜ ਕਰੇਗਾ ਉਸ ਵੇਲੇ ਬਖਸ਼ੀਆਂ ਹੋਈਆਂ ਰੂਹਾਂ ਸਭ ਦੀ ਸਰਦਾਰੀ ਗੁਰੂ ਦੇ ਹੁਕਮ ਅਨੁਸਾਰ ਕਰਨਗੀਆਂ, ਉਹ ਸਭ ਦੇ ਜਥੇਦਾਰ ਬਣਨਗੇ। ਇੱਥੋਂ ਤੁਰ ਕੇ ਫਿਰ ਮੈਦਾਨੀ ਇਲਾਕੇ ਵਿੱਚ ਆ ਗਏ। ਇੱਥੇ ਬੈਠਿਆਂ ਨੂੰ ਹੁਕਮ ਹੋਇਆ ਕਿ ਜਾ ਕੇ ਇੱਕ ਵਾਰ ਮਾਤਾ ਨੂੰ ਮਿਲੋ। ਉਸਨੇ ਯਾਦ ਕੀਤਾ ਹੈ। ਹੁਕਮ ਮੰਨ ਕੇ ਚੱਲ ਪਏ। ਨਗਰ ਪਹੁੰਚੇ। ਮਾਤਾ ਦਾ ਸਰੀਰ ਕੁਝ ਢਿੱਲਾ ਸੀ। ਘਰ ਦੇ ਕਿਸੇ ਜੀ ਨੇ ਆਵਾਜ਼ ਦੇ ਕੇ ਕਿਹਾ, ਮਾਂ, ਮਸਤਾਨਾ ਆ ਗਿਆ। ਤੂੰ ਯਾਦ ਕਰਦੀ ਸੀ ਨਾ? ਮਾਂ ਨੇ ਅੱਖਾਂ ਖੋਲ੍ਹ ਕੇ ਵੇਖਿਆ ਤੇ ਨਾਲ ਹੀ ਸਰੀਰ ਛੱਡ ਦਿੱਤਾ। ਬਾਬਾ ਜੀ ਨੇ ਮਾਤਾ ਨੂੰ ਮੱਥਾ ਟੇਕਿਆ ਤੇ ਓਨੀ ਪੈਰੀ ਫਿਰ ਬਾਹਰ ਆ ਗਏ। ਫਿਰ ਆਪ ਚਲਦੇ ਚਲਦੇ ਗੁਰਦੁਆਰਾ ਰੀਠਾ ਸਾਹਿਬ ਪਹੁੰਚੇ, ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਰੀਠਾ ਮਿੱਠਾ ਕੀਤਾ ਸੀ। ਕੁਝ ਸਮਾਂ ਇੱਥੇ ਠਹਿਰੇ। ਇੱਥੋਂ ਚੱਲ ਕੇ ਆਗਰੇ ਪਹੁੰਚੇ। ਇੱਥੇ ਕਿਸੇ ਰਾਧਾ ਸੁਆਮੀ ਮੱਤ ਦੇ ਗੁਰੂ ਨਾਲ ਮੇਲ ਹੋਇਆ ਸੁਣੀਦਾ ਹੈ। ਉਸ ਦੇ ਪਾਸ ਠਹਿਰ ਕੇ ਫਿਰ ਅੱਗੇ ਚੱਲ ਪਏ। ਅਸੀਂ ਦੁਨੀਆ ਬਾਰੇ ਤਾਂ ਸੁਣਦੇ ਹਾਂ ਤੇ ਲੋਕ ਮੁਤੱਸਬੀ ਹਨ, ਕਿਉਂਕਿ ਇਹ ਨਾ ਸਮਝ ਹਨ। ਜਿਵੇਂ ਮੁਸਲਮਾਨ ਸਮਝਦੇ ਹਨ ਕਿ ਹਿੰਦੂ ਮਾੜੇ ਹਨ ਤੇ ਹਿੰਦੂ ਸਮਝਦੇ ਹਨ ਕਿ ਮੁਸਲਮਾਨ ਮਾੜੇ ਹਨ। ਤੇ ਹੁਣ ਸਿੱਖ ਵੀ ਰਲਾ ਲਓ। ਸਿੱਖ ਵੀ ਆਪਣੇ ਆਪ ਨੂੰ ਕਿਸੇ ਤੋਂ ਘੱਟ ਥੋੜ੍ਹੀ ਸਮਝਦੇ ਆ। ਇਹ ਪਹਿਲਾਂ ਇਕੱਲੇ ਮੁਸਲਮਾਨਾਂ ਨੂੰ ਮਾੜੇ ਸਮਝਦੇ ਸਨ, ਪਰ ਹੁਣ ਹਿੰਦੂਆਂ ਨੂੰ ਵੀ ਮਾੜਾ ਸਮਝਣ ਲੱਗ ਪਏ ਹਨ। ਹਾਲਾਂਕਿ ਵੱਡਿਆਂ ਦਾ ਉਪਦੇਸ਼ ਵੱਡਿਆਂ ਦੇ ਪਾਏ ਪੂਰਨ ਨੇ। ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਕੀ ਕਹਿ ਰਹੀ ਹੈ, ਬਾਣੀ ਪੜ੍ਹਦਿਆਂ ਹੋਇਆਂ ਵੀ ਅਸੀਂ ਸਮਝਦੇ ਨਹੀਂ। ਕਲਗੀਧਰ ਪਾਤਸ਼ਾਹ ਦੇ ਸਮੇਂ ਭਾਈ ਕਨ੍ਹੱਈਆ ਜੀ ਸਾਖੀ ਸਾਨੂੰ ਸਿੱਖਿਆ ਦਿੰਦੀ ਹੈ। ਭਾਈ ਗੁਰਦਾਸ ਜੀ ਦੀ ਇਹ ਵਾਰ ਜੋ ਗੁਰੂ ਨਾਨਕ ਪਾਤਸ਼ਾਹ ਦੇ ਹਾਜੀਆਂ ਨਾਲ ਸਵਾਲ ਜਵਾਬ, ਜਿਸ ਵਿੱਚ ਉਹਨਾਂ ਨੇ ਪੁੱਛਿਆ ਸੀ ਕਿ ਹਿੰਦੂ ਚੰਗੇ ਹਨ ਜਾਂ ਮੁਸਲਮਾਨ ਚੰਗੇ ਹਨ, ਤਾਂ ਪਾਤਸ਼ਾਹ ਨੇ ਆਖਿਆ ਸੀ ਕਿ ਦੋਨੋਂ ਚੰਗੇ ਹਨ, ਪਰ ਜਿਸ ਦੇ ਅਮਲ ਚੰਗੇ ਹਨ। ਪਰ ਜੇ ਅਮਲ ਚੰਗੇ ਨਹੀਂ ਤਾਂ ਫਿਰ ਦੋਨੋਂ ਮਾੜੇ ਹਨ। ਉਹਨਾਂ ਨੇ ਤਾਂ ਦੋ ਦੀ ਗੱਲ ਕੀਤੀ ਸੀ, ਪਰ ਤੁਸੀਂ ਵਿੱਚ ਸਿੱਖ ਵੀ ਰਲਾ ਲਓ। ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਅੱਜ ਅਸੀਂ ਦੁਨੀਆ ਦੇ ਤੇ ਢੰਡੋਰਾ ਦੇ ਰਹੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨੋ, ਪਰ ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਮਾਰਿਆ ਕਿ ਅਸੀਂ ਖੁਦ ਤਾਂ ਮੰਨਿਆ ਨਹੀਂ। ਇਹ ਤਾਂ ਆਮ ਸਿੱਖਾਂ ਜਾਂ ਆਮ ਲੋਕਾਂ ਦੀ ਗੱਲ ਹੈ। ਦੁੱਖ ਉਸ ਵੇਲੇ ਬਹੁਤਾ ਹੁੰਦਾ ਜਦੋਂ ਕੋਈ ਖੁਦ ਸੰਤ ਫਕੀਰ ਲੋਕਾਂ ਨੂੰ ਪ੍ਰਚਾਰ ਕਰਨ ਵਾਲਾ ਇਹੋ ਜਿਹੀਆਂ ਗੱਲਾਂ ਕਰਨ ਲੱਗ ਜਾਵੇ। ਉਹ ਕਹਿਣ ਲੱਗ ਜਾਵੇ ਕਿ ਫਲਾਣੀ ਕੌਮ ਮਾੜੀ ਹੈ ਜਾਂ ਇਸ ਦੇ ਮੱਥੇ ਨਾ ਲੱਗੋ। ਅੱਜ ਇਸੇ ਤਰ੍ਹਾਂ ਬਾਬਾ ਮਹਾਂ ਹਰਨਾਮ ਸਿੰਘ ਜੀ ਇੱਕ ਜੰਗਲ ਵਿੱਚ ਐਸੇ ਫਕੀਰ ਦੇ ਪਾਸ ਪਹੁੰਚ ਗਏ ਤੇ ਇਸ ਦੇ ਡੇਰੇ ਤੋਂ ਕੁਝ ਦੂਰ ਹੀ ਆਸਣ ਲਾ ਲਿਆ। ਕੁਝ ਸਮੇਂ ਬਾਅਦ ਉਸ ਦਾ ਇੱਕ ਸੇਵਾਦਾਰ ਇਸ ਪਾਸੇ ਆ ਗਿਆ। ਬਾਬਾ ਜੀ ਨੂੰ ਵੇਖ ਕੇ ਕਹਿਣ ਲੱਗਾ, ਸੰਤ ਜੀ ਕਿੱਥੋਂ ਆਏ ਹੋ? ਬਾਬਾ ਜੀ ਨੇ ਆਖਿਆ, ਜਿੱਧਰੋਂ ਨਿਰੰਕਾਰ ਲੈ ਆਇਆ। ਇਹ ਸੁਣ ਕੇ ਉਹ ਕਹਿਣ ਲੱਗਾ, ਤੁਹਾਡਾ ਇੱਥੇ ਰਹਿਣਾ ਠੀਕ ਨਹੀਂ ਹੈ। ਆਖਿਆ, ਕਿਉਂ? ਤਾਂ ਉਸ ਦੱਸਿਆ, ਜੀ ਮੇਰਾ ਜੋ ਪੀਰ ਹੈ ਉਹ ਹੁਣ ਤਾਂ ਚਾਲੀਸੇ ਵਿੱਚ ਬੈਠਾ ਹੈ, 2-4 ਦਿਨ ਤੱਕ ਬਾਹਰ ਆਵੇਗਾ। ਉਹ ਕਿਸੇ ਹਿੰਦੂ ਨੂੰ ਚੰਗਾ ਨਹੀਂ ਸਮਝਦਾ, ਤੁਹਾਨੂੰ ਦੇਖ ਕੇ ਨਾਰਾਜ਼ ਹੋਏਗਾ। ਬਾਬਾ ਜੀ ਕਹਿਣ ਲੱਗੇ, ਇਹੋ ਜਿਹੀ ਨਫ਼ਰਤ ਆਮ ਬੰਦੇ ਦੇ ਅੰਦਰ ਹੋਵੇ ਉਸ ਨੂੰ ਫਕੀਰ ਲੋਕ ਕੱਢਦੇ ਹਨ, ਪਰ ਇਹ ਤਾਂ ਫਕਰ ਹੈ, ਇਸ ਨੂੰ ਇਹਨਾਂ ਗੱਲਾਂ ਨਾਲ ਕੀ? ਮੁਰੀਦ ਕਹਿਣ ਲੱਗਾ, ਜੀ ਇਹ ਤਾਂ ਮੈਨੂੰ ਪਤਾ ਨਹੀਂ, ਜੋ ਮੈਨੂੰ ਪਤਾ ਸੀ ਉਹ ਮੈਂ ਦੱਸ ਦਿੱਤਾ। ਫਕੀਰ ਨੇ ਮੈਨੂੰ ਹੁਕਮ ਕੀਤਾ ਹੋਇਆ ਹੈ ਕਿ ਕੋਈ ਹਿੰਦੂ ਮੇਰੇ ਮੱਥੇ ਨਾ ਲੱਗਣ ਦਿਓ। ਬਾਬਾ ਜੀ ਨੇ ਕੋਈ ਉੱਤਰ ਨਾ ਦਿੱਤਾ। ਉਹ ਚਲਾ ਗਿਆ। ਜਦੋਂ ਮੁਰੀਦ ਪੀਰ ਕੋਲ ਗਿਆ ਤੇ ਬਾਬਾ ਜੀ ਵਾਲੀ ਸਾਰੀ ਗੱਲ ਸੁਣਾ ਦਿੱਤੀ। ਪੀਰ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ, ਤੂੰ ਹੁਣੇ ਜਾ ਕੇ ਵੇਖ, ਜੇ ਤੇ ਉਹ ਚਲਾ ਗਿਆ ਤਾਂ ਠੀਕ ਹੈ, ਜੇ ਨਹੀਂ ਗਿਆ ਤੇ ਉਸ ਨੂੰ ਆਖ ਕੇ ਤੂੰ ਹੁਣੇ ਹੀ ਚਲਾ ਜਾ। ਮੁਰੀਦ ਗਿਆ, ਬਾਬਾ ਜੀ ਨੂੰ ਸਾਰੀ ਵਾਰਤਾ ਸੁਣਾ ਦਿੱਤੀ ਤੇ ਆਖਿਆ, ਹੁਣ ਤੁਸੀਂ ਚਲੇ ਜਾਓ, ਪੀਰ ਦਾ ਹੁਕਮ ਹੈ। ਬਾਬਾ ਜੀ ਨੇ ਆਖਿਆ, ਅਸੀਂ ਤੇਰੇ ਪੀਰ ਨੂੰ ਮਿਲੇ ਬਿਨਾਂ ਨਹੀਂ ਜਾਣਾ ਤੇ ਮਿਲਣਾ ਵੀ ਅੱਜ ਰਾਤ ਨੂੰ ਹੀ ਹੈ। ਮੁਰੀਦ ਨੇ ਜਾ ਕੇ ਪੀਰ ਨੂੰ ਸਾਰੀ ਗੱਲ ਦੱਸੀ।
ਸੁਣ ਕੇ ਪੀਰ ਚੁੱਪ ਕਰ ਗਿਆ। ਅੱਧੀ ਰਾਤ ਤੋਂ ਬਾਅਦ ਪੀਰ ਦੇ ਪੇਟ ਵਿੱਚ ਦਰਦ ਸ਼ੁਰੂ ਹੋ ਗਿਆ। ਦਰਦ ਇੰਨਾ ਵੱਧ ਗਿਆ ਕਿ ਬੜਾ ਦੁਖੀ ਹੋਇਆ। ਹਾਏ ਹਾਏ ਕਰੇ ਮੁਰੀਦਾਂ ਨੂੰ ਕਹਿਣ ਲੱਗਾ, ਜਾਓ ਉਸ ਸੰਤ ਨੂੰ ਸੱਦ ਕੇ ਲਿਆਓ। ਇੱਕ ਚੇਲਾ ਗਿਆ ਤਾਂ ਬਾਬਾ ਜੀ ਨੂੰ ਸੱਦ ਕੇ ਲੈ ਆਇਆ। ਕੋਲ ਗਏ ਤਾਂ ਪੁੱਛਿਆ, ਪੀਰ ਜੀ ਕੀ ਗੱਲ ਹੈ? ਆਖਿਆ, ਜੀ ਮਾੜਾ ਹਾਲ ਹੈ, ਬਹੁਤ ਦਰਦ ਹੋ ਰਹੀ ਹੈ, ਰਹਿਮਤ ਕਰੋ। ਬਾਬਾ ਜੀ ਦੇ ਹੱਥ ਵਿੱਚ ਸੋਟੀ ਸੀ, ਉਸ ਦੇ ਨਾਲ ਛੁਹਾਈ ਤੇ ਦਰਦ ਬੰਦ ਹੋ ਗਿਆ। ਫਿਰ ਪੁੱਛਿਆ, ਹੁਣ ਕਿਵੇਂ? ਪੀਰ ਬੋਲਿਆ, ਹੁਣ ਠੀਕ ਹੈ। ਬਾਬਾ ਜੀ ਨੇ ਆਖਿਆ, ਹੁਣ ਅਸੀਂ ਚੱਲਦੇ ਹਾਂ, ਬਾਕੀ ਗੱਲ ਸਵੇਰੇ ਕਰਾਂਗੇ। ਅਗਲੇ ਦਿਨ ਸਵੇਰ ਵੇਲੇ ਹੀ ਸੇਵਕ ਭੇਜ ਕੇ ਬਾਬਾ ਜੀ ਨੂੰ ਸੱਦਿਆ ਤੇ ਆਪਣੇ ਕੋਲ ਇੱਕ ਕੱਪੜਾ ਵਿਛਾ ਕੇ ਉੱਪਰ ਬਿਠਾਇਆ। ਸੁੱਖ ਆਨੰਦ ਪੁੱਛੀ ਦੱਸੀ। ਫਿਰ ਕਹਿਣ ਲੱਗਾ, ਜੀ ਮੇਰਾ ਇੱਕ ਕੰਮ ਵਿਗੜ ਗਿਆ ਹੈ। ਪੁੱਛਿਆ, ਕਿਹੜਾ? ਪੀਰ ਕਹਿੰਦਾ ਹੈ, ਜੇ ਮੇਰਾ ਨਿਯਮ ਸੀ ਕਿ ਇਤਨੇ ਦਿਨ ਬੰਦਗੀ ਦੌਰਾਨ ਆਪਣੇ ਆਸਣ ਉੱਤੇ ਰਾਤ ਵੇਲੇ ਕਿਸੇ ਨੂੰ ਨਹੀਂ ਮਿਲਣਾ, ਪਰ ਦਰਦ ਕਾਰਨ ਨਿਯਮ ਟੁੱਟ ਗਿਆ ਹੈ। ਉਸ ਦਾ ਮਤਲਬ ਸਪਸ਼ਟ ਸੀ ਕਿ ਬਾਬਾ ਜੀ ਨੇ ਜੇ ਮਿਲਣਾ ਹੀ ਸੀ ਤਾਂ ਪੇਟ ਦਰਦ ਰਾਤ ਨੂੰ ਕਰਾਉਣ ਦੀ ਬਜਾਏ ਦਿਨੇ ਕਰਾ ਦਿੰਦੇ। ਮੇਰਾ ਨਿਯਮ ਤੇ ਨਾ ਟੁੱਟਦਾ। ਪਰ ਬਾਬਾ ਜੀ ਨੇ ਇਸ ਗੱਲ ਦਾ ਹੀ ਉਸਨੂੰ ਅਹਿਸਾਸ ਕਰਾਉਣਾ ਸੀ ਕਿ ਜਿਵੇਂ ਤੈਨੂੰ ਨਿਯਮ ਟੁੱਟਣ ਦਾ ਦੁੱਖ ਹੋਇਆ ਹੈ, ਇਸੇ ਤਰ੍ਹਾਂ ਉਹਨਾਂ ਨੂੰ ਵੀ ਤਾਂ ਦੁੱਖ ਹੁੰਦਾ ਹੈ ਜਿਨ੍ਹਾਂ ਨੂੰ ਤੂੰ ਮਜਬੂਰ ਕਰਦਾ ਹੈ ਕਿ ਹਿੰਦੂ ਤੋਂ ਮੁਸਲਮਾਨ ਬਣ ਜਾਓ। ਇਹੋ ਹੀ ਤਾਂ ਉਸਨੂੰ ਸਮਝਾਉਣਾ ਸੀ। ਇਸ ਕਰਕੇ ਬਾਬਾ ਜੀ ਹੱਸ ਕੇ ਕਹਿਣ ਲੱਗੇ, ਪੀਰ ਜੀ ਤੁਸੀਂ ਕਿਤਨਿਆਂ ਦੇ ਨਿਯਮ ਤੋੜੇ ਹਨ? ਅੱਜ ਤੱਕ ਗਿਣਤੀ ਕਰਕੇ ਵੇਖੋ। ਪੀਰ ਨੇ ਆਖਿਆ, ਜੀ ਉਹ ਕਿਵੇਂ? ਬਾਬਾ ਜੀ ਨੇ ਅਹਿਸਾਸ ਕਰਾਇਆ ਕਿ ਕਿਤਨੇ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਹੈ। ਜਰਾ ਸੋਚੋ, ਲੋਕ ਦੁਖੀ ਹੋ ਕੇ, ਕੋਈ ਔਲਾਦ ਵੱਲੋਂ, ਕੋਈ ਕਿਸੇ ਹੋਰ ਕਾਰਨ ਕਰਕੇ ਤੈਨੂੰ ਇੱਕ ਫੱਕਰ ਜਾਣ ਕੇ ਤੇਰੇ ਪਾਸ ਆਏ, ਪਰ ਤੂੰ ਸਭ ਨੂੰ ਮੁਸਲਮਾਨ ਬਣਨ ਲਈ ਮਜਬੂਰ ਕੀਤਾ। ਕਈ ਆਪਣੀ ਲੋੜ ਵਾਸਤੇ ਵੀ ਬਣ ਗਏ। ਕੀ ਉਹਨਾਂ ਦਾ ਕੋਈ ਨਿਯਮ ਨਹੀਂ ਸੀ ਜਿਹੜਾ ਤੂੰ ਤੋੜਿਆ? ਹੁਣ ਤੂੰ ਵੀ ਸੇਵਕਾਂ ਨੂੰ ਇਹ ਹਦਾਇਤ ਕੀਤੀ ਹੋਈ ਹੈ ਕਿ ਕੋਈ ਹਿੰਦੂ ਮੇਰੇ ਨੇੜੇ ਨਾ ਆਵੇ। ਐਨੀ ਬੰਦਗੀ ਕਰਕੇ ਮੁਤੱਸਬ ਕਰਨ ਦੀ ਕੀ ਲੋੜ ਹੈ? ਜੇ ਕੋਈ ਤੇਰੀ ਕਮਾਈ ਵੇਖ ਕੇ ਤੇਰੇ 'ਤੇ ਸ਼ਰਧਾ ਕਰਦਾ ਹੈ, ਤੂੰ ਆਪਣੀ ਤਾਕਤ ਨਾਲ ਉਸ ਦੀ ਦੁਨਿਆਵੀ ਲੋੜ ਪੂਰੀ ਕਰ ਸਕਦਾ ਹੈ ਤਾਂ ਕਰ ਦੇ, ਪਰ ਦੀਨ ਬਦਲਾਉਣ ਦੀ ਕੀ ਲੋੜ ਹੈ? ਜਿੱਥੇ ਬੂਟਾ ਲੱਗਿਆ ਹੋਵੇ, ਵਧਿਆ ਫੁੱਲਿਆ ਹੋਵੇ, ਉੱਥੋਂ ਪੁੱਟਣ ਦੀ ਲੋੜ ਨਹੀਂ। ਇਹ ਜੋ ਤੂੰ ਕਰ ਰਿਹਾ ਹੈ, ਇਹ ਘਾਟੇ ਵਾਲਾ ਸੌਦਾ ਹੈ। ਬਹੁਤੇ ਮੁਰੀਦ ਬਣਾ ਕੇ ਵੱਡੇ ਨਹੀਂ ਬਣੀਦਾ। ਜੀਵਨ ਵਾਲੇ ਥੋੜ੍ਹੇ ਹੀ ਬਹੁਤ ਹੁੰਦੇ ਹਨ। ਬਾਬਾ ਜੀ ਦੇ ਇਹਨਾਂ ਬਚਨਾਂ ਦਾ ਉਸ ਪੀਰ ਉੱਪਰ ਬਹੁਤ ਅਸਰ ਹੋਇਆ। ਉਹਨਾਂ ਦੇ ਚਰਨਾਂ 'ਤੇ ਡਿੱਗ ਕੇ ਮਾਫ਼ੀ ਮੰਗੀ। ਬਾਬਾ ਜੀ, ਮੈਂ ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰਾਂਗਾ। ਇਉਂ ਸੱਚ ਦਾ ਉਪਦੇਸ਼ ਕਰਕੇ ਬਾਬਾ ਜੀ ਨੇ ਉੱਥੋਂ ਚਾਲੇ ਪਾ ਦਿੱਤੇ। ਬਾਬਾ ਜੀ ਦੁਨੀਆ ਨੂੰ ਤਾਰਦੇ ਹੋਏ ਸ਼ਹਿਰ ਜਗਰਾਓਂ ਵਿੱਚ ਪਹੁੰਚੇ। ਇੱਥੇ ਇੱਕ ਪੀਰ ਲੱਪੇ ਸ਼ਾਹ ਰਹਿੰਦਾ ਸੀ। ਚੰਗੀ ਕਰਨੀ ਵਾਲਾ ਪੀਰ ਸੀ। ਜਗਰਾਓਂ ਵਿੱਚ ਇਹਦੀ ਚੰਗੀ ਮਾਨਤਾ ਸੀ। ਬਾਬਾ ਜੀ ਦਾ ਇਸ ਨਾਲ ਮੇਲ ਹੋਇਆ। ਇਸ ਨੇ ਜਲ ਪਾਣੀ ਦੀ ਸੇਵਾ ਪੁੱਛੀ। ਬਾਬਾ ਜੀ ਨੇ ਆਖਿਆ ਕਿ ਬਣਿਆ ਹੋਇਆ ਕੁਝ ਨਹੀਂ ਲੈਣਾ। ਸੁੱਕਾ ਸੀਂਦਾ ਆਟਾ ਪੁਰਾਣੀ ਕਣਕ ਦਾ, ਘਿਓ ਦੇਸੀ, ਖੰਡ ਤੇ ਮਾਂ ਦੀ ਦਾਲ, ਇਹ 4 ਚੀਜ਼ਾਂ ਮੰਗੀਆਂ। ਉਸਨੇ ਲਿਆ ਦਿੱਤੀਆਂ। ਬਾਬਾ ਜੀ ਨੇ ਆਪ ਬਣਾ ਕੇ ਜੋ ਛਕਣਾ ਸੀ ਉਹ ਛਕ ਲਿਆ। ਫਿਰ ਬੈਠ ਕੇ ਬਚਨ ਬਿਲਾਸ ਸ਼ੁਰੂ ਕੀਤੇ। ਇੱਕ ਦੂਜੇ ਨੂੰ ਬਚਨ ਕਰਕੇ ਸੁਣ ਕੇ ਪਰਖਿਆ। ਬਾਬਾ ਜੀ ਨੇ ਇੱਥੋਂ ਜਾਣ ਦੀ ਤਿਆਰੀ ਕਰ ਲਈ। ਪੀਰ ਨੇ ਬੇਨਤੀ ਕੀਤੀ, ਜੀ ਕੁਝ ਸਮਾਂ ਹੋਰ ਠਹਿਰੋ। ਬਾਬਾ ਜੀ ਨੇ ਬਚਨ ਕੀਤਾ, ਸਾਡੇ ਠਹਿਰਨ ਦਾ ਅਜੇ ਸਮਾਂ ਨਹੀਂ ਆਇਆ। ਅਜੇ ਕੁਝ ਚਿਰ ਹੋਰ ਤੁਰ ਫਿਰ ਕੇ ਆਸਣ ਲਾਵਾਂਗੇ। ਪਰ ਪੀਰ ਜੀ, ਤੁਸੀਂ ਇੱਕ ਗੱਲ ਦੱਸੋ ਕਿ ਜਗਰਾਓਂ ਤੁਹਾਡੀ ਰਾਜਧਾਨੀ ਹੈ। ਤੁਸੀਂ ਰਾਜੇ ਹੋ ਇਸ ਸ਼ਹਿਰ ਦੇ ਤੇ ਆਪਣੀ ਪ੍ਰਜਾ 'ਤੇ ਰਹਿਮ ਰੱਖਿਆ ਕਰੋ। ਪੀਰ ਜੀ ਨੇ ਦੱਸਿਆ, ਇੱਕ ਵਾਰ ਕੋਈ ਇਸ ਸ਼ਹਿਰ ਨੂੰ ਲੁੱਟਣ ਲਈ ਆ ਗਿਆ ਤਾਂ ਉਦੋਂ ਮੈਂ ਬਚਾਇਆ ਸੀ। ਜੇ ਕੋਈ ਹੋਰ ਔਕੜ ਆਈ ਤਾਂ ਉਦੋਂ ਮੈਂ ਰੱਖਿਆ ਕੀਤੀ। ਬਾਬਾ ਜੀ ਨੇ ਆਖਿਆ, ਫਿਰ ਇਹ ਕਿਉਂ ਕਿਹਾ ਕਿ ਜਗਰਾਵਾਂ ਨੂੰ ਪਾਣੀ ਮਾਰੇਗਾ? ਕਹਿਣ ਲੱਗਾ, ਜੀ ਮੇਰੇ ਮੂੰਹੋਂ ਨਿਕਲ ਗਿਆ। ਬਾਬਾ ਜੀ ਨੇ ਆਖਿਆ, ਇੱਕ ਵਾਰ ਤੂੰ ਬਚਾ ਲਿਆ, ਦੂਜੀ ਵਾਰ ਬਚਾਉਣ ਵਾਲਾ ਮਹਾਂਪੁਰਖ ਵੀ ਆ ਰਿਹਾ ਹੈ। ਪੀਰ ਨੇ ਪੁੱਛਿਆ, ਕਿੱਥੇ ਆਵੇਗਾ? ਆਖਿਆ, ਜਗਰਾਵਾਂ ਤੋਂ ਛਿਪਦੇ ਪਾਸੇ ਬਾਹਰ ਆ ਕੇ ਰਹੇਗਾ, ਸ਼ਹਿਰ ਦੇ ਵਿੱਚ ਨਹੀਂ। ਜੈਸੇ ਜਲ ਮੇਂ ਕਮਲ ਨਿਰਾਲਮ।
ਇਹ ਇਸ਼ਾਰਾ ਬਾਬਾ ਨੰਦ ਸਿੰਘ ਜੀ ਵੱਲ ਸੀ, ਕਿਉਂਕਿ ਜੇ ਬਾਕੀ ਪੀਰ ਜਿਵੇਂ ਕਿ ਲੱਪੇ ਸ਼ਾਹ ਜਾਂ ਇੱਕ ਹੋਰ ਹੋਇਆ ਹੈ ਮੁਹੱਕਮਦੀਨ ਸ਼ਹਿਰ ਵਿੱਚ ਰਹੇ ਤਾਂ ਬਾਬਾ ਨੰਦ ਸਿੰਘ ਜੀ ਕਿਉਂ ਨਹੀਂ ਸਨ ਰਹਿ ਸਕਦੇ। ਪਰ ਬਾਬਾ ਜੀ ਤਾਂ ਕੇਵਲ ਕਿਸੇ ਨੂੰ ਸੁੱਖ ਦਿੰਦੇ ਸਨ, ਦੁੱਖ ਨਹੀਂ। ਇਹ ਪੀਰ ਕਦੇ ਵਰ ਦੇ ਕੇ ਭਲਾ ਕਰਦੇ ਤੇ ਕਦੇ ਸਰਾਪ ਦੇ ਕੇ ਬੁਰਾ। ਅੱਜ ਵੀ ਜਦੋਂ ਇਹਨਾਂ ਪੀਰਾਂ ਦੇ ਬਣਾਏ ਮੇਲੇ ਜਿਵੇਂ ਕਿ ਰੌਸ਼ਨੀ ਦਾ ਮੇਲਾ ਬੜਾ ਭਾਰੀ ਲੱਗਦਾ ਹੈ, ਉਸ ਵੇਲੇ ਜਗਰਾਓਂ ਵਾਸੀਆਂ ਦਾ ਜੀਣਾ ਬੜਾ ਦੁਰਲਭ ਹੋ ਜਾਂਦਾ ਹੈ। ਵੈਸੇ ਵੀ ਜਗਰਾਓਂ ਸ਼ਹਿਰ ਵਿੱਚ ਹਰ ਪੱਖ ਤੋਂ ਗੰਦਗੀ ਹੀ ਗੰਦਗੀ ਹੈ ਅਤੇ ਇਹਨਾਂ ਮੇਲਿਆਂ 'ਤੇ ਤਾਂ ਬਹੁਤ ਹੀ ਪਰੇਸ਼ਾਨੀ ਹੋ ਜਾਂਦੀ ਹੈ। ਸਾਡਾ ਇਹ ਦੇਸ਼ ਜੋ ਬਿਨਾਂ ਸਰਕਾਰ ਤੋਂ ਚੱਲ ਰਿਹਾ ਹੈ, ਇਸ ਦਾ ਤਾਂ ਰੱਬ ਹੀ ਰਾਖਾ ਹੈ। ਬਾਬਾ ਨੰਦ ਸਿੰਘ ਜੀ ਨੇ ਜਗਰਾਓਂ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਅਸਥਾਨ ਬਣਾਇਆ ਅਤੇ ਅੱਜ ਜਦੋਂ ਬਰਸੀਆਂ ਪੁੰਨਿਆਂ ਅਤੇ ਲੱਖਾਂ ਦਾ ਇਕੱਠ ਵੀ ਹੁੰਦਾ ਹੈ ਤਾਂ ਜਗਰਾਓਂ ਸ਼ਹਿਰ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੁੰਦੀ। ਤਕਲੀਫ ਦੇਣੀ ਤਾਂ ਬਾਬਾ ਜੀ ਦੇ ਸੁਪਨੇ ਵਿੱਚ ਵੀ ਨਹੀਂ ਆਉਣੀ। ਇਸ ਪੀਰ ਦਾ ਦਿੱਤਾ ਸਰਾਪ ਕਿ ਜਗਰਾਓਂ ਨੂੰ ਪਾਣੀ ਮਾਰੇਗਾ, ਉਹ ਵੀ 1933-34 ਵਿੱਚ ਪੂਰਾ ਹੋਇਆ। ਜਦੋਂ ਬੜੀ ਭਾਰੀ ਬਾਰਿਸ਼ ਹੋਈ ਉਸ ਵਕਤ ਬਾਬਾ ਨੰਦ ਸਿੰਘ ਜੀ ਮਹਾਰਾਜ ਨਾਨਕਸਰ ਵਾਲੀ ਜਗ੍ਹਾ 'ਤੇ ਬਿਰਾਜੇ ਹੋਏ ਸਨ ਅਤੇ ਜਗਰਾਓਂ ਦੇ ਆਸੇ ਪਾਸੇ ਪਾਣੀ ਹੀ ਪਾਣੀ ਸੀ। ਉਸ ਸਮੇਂ ਬਾਬਾ ਜੀ ਨੇ ਜਗਰਾਓਂ ਨੂੰ ਪਾਣੀ ਤੋਂ ਬਚਾਇਆ। ਬਾਬਾ ਨੰਦ ਸਿੰਘ ਜੀ ਨਾਨਕਸਰ ਤੋਂ ਆਸਣ ਚੁੱਕ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਆਪ ਬਾਰਿਸ਼ ਪੈਂਦੀ ਵਿੱਚ ਉੱਪਰ ਛਤਰੀ ਦੇ ਕੇ ਬਾਕੀ ਰਮਾਲੇ ਭਾਈ ਡਰੋਲੀ ਨੂੰ ਚੁਕਾ ਕੇ ਕੁਝ ਹੋਰ ਪ੍ਰੇਮੀਆਂ ਨੂੰ ਨਾਲ ਲੈ ਕੇ ਬੇਰੀਆਂ ਦੀ ਕੋਠੀ ਠਹਿਰੇ ਸਨ। ਉਸ ਸਮੇਂ ਬਾਬਾ ਜੀ ਨਾਲ ਸੇਵਕ ਬਾਬਾ ਹਜੂਰਾ ਸਿੰਘ ਜੀ ਅਤੇ ਭਾਈ ਡਰੋਲੀ ਜੀ ਸਨ। ਕੁਝ ਸਮਾਂ ਇੱਥੇ ਗੁਜ਼ਾਰਿਆ ਅਤੇ ਇਸ ਤਰੀਕੇ ਨਾਲ ਜਗਰਾਓਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ। ਸੋ ਪ੍ਰੇਮੀਓ, ਅੱਜ ਤੱਕ ਇੱਕ ਮਿਸਾਲ ਹੈ ਕਿ ਪੰਜਾਬ ਵਿੱਚ ਕਈ ਵਾਰ ਹੜ੍ਹ ਆਏ ਪਰ ਜਗਰਾਓਂ ਪਾਣੀ ਦੀ ਮਾਰ ਤੋਂ ਬਚਿਆ ਹੀ ਰਿਹਾ, ਕਿਉਂਕਿ ਇਹ ਬਚਨ ਭੁੱਚੋ ਵਾਲੇ ਬਾਬਾ ਜੀ ਦਾ ਹੋਇਆ ਅਤੇ ਬਾਬਾ ਨੰਦ ਸਿੰਘ ਜੀ ਨੇ ਕੀਤੀ ਕਿਰਪਾ। ਭੁੱਚੋ ਵਾਲਿਆਂ ਦੀ ਕਰਨੀ ਕਮਾਈ ਤੇ ਰਹਿਤ ਬਹਿਤ ਦੇਖ ਕੇ ਪੀਰ ਬਹੁਤ ਪ੍ਰਭਾਵਿਤ ਹੋਇਆ ਅਤੇ ਕਹਿਣ ਲੱਗਾ, ਜੀ ਮੈਨੂੰ ਸ਼੍ਰੀ ਜਪਜੀ ਸਾਹਿਬ ਦਾ ਪਾਠ ਸੁਣਾਓ। ਬਾਬਾ ਜੀ ਨੇ ਪਾਠ ਆਰੰਭ ਕੀਤਾ ਤਾਂ ਲੱਪੇ ਸ਼ਾਹ ਦੀ ਸਮਾਧੀ ਲੱਗ ਗਈ। ਬਾਬਾ ਜੀ ਨੇ ਸਮਾਪਤੀ ਕੀਤੀ ਤਾਂ ਆਵਾਜ਼ਾਂ ਦੇ ਕੇ ਸਮਾਧੀ ਖੁਲਵਾਈ। ਲੱਪੇ ਸ਼ਾਹ ਨੇ ਦੱਸਿਆ ਕਿ ਜੋ ਅੱਜ ਆਨੰਦ ਆਇਆ ਹੈ ਜ਼ਿੰਦਗੀ ਵਿੱਚ ਕਦੇ ਨਹੀਂ ਆਇਆ ਅਤੇ ਇਤਨੀ ਤਾਕਤ ਮੇਰੇ ਵਿੱਚ ਹੈ, ਜੇ ਕਈ ਸਾਲ ਤੱਕ ਸਮਾਧੀ ਲਾ ਕੇ ਬੈਠਣਾ ਚਾਹਾਂ ਤਾਂ ਬੈਠ ਸਕਦਾ ਹਾਂ। ਅੱਜ ਤੁਹਾਡੇ ਦਰਸ਼ਨ ਕਰਕੇ ਮੈਂ ਆਪਣਾ ਸਭ ਕੁਝ ਕੀਤਾ ਸਫਲ ਹੋਇਆ ਸਮਝਦਾ ਹਾਂ।